एक ओंकार सतनाम करता पुरख निरभव निर्वैर अकाल मूरत आजूनी सैभन गुर प्रसाद उद्यम करिंदियां जियो तू कमावंदियां सुख पुंच ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਤੂੰ ਸੁਲਤਾਨ ਕਹਾਂ ਹਉ ਮੀਆਂ तेरी कवन वडाई जो तू देह सो कहाँ सुआमी मैं मूरख कहन ना जाई बेशुमार अथाह अगनत अतुलै ज्यों बुलावो त्यों नानक दास बोले ज्यों बुलावो त्यों नानक दास बोले परम सन्मान योग जुग हो जुग अटल चवर छतर तख्त सिंहासन दे मालक सदैव काल अटल रहन वाले सतगुरु शब्द गुर पीरा गहर गंभीरा सर्ब सांझी वालता दे पैगंबर मुजश्मा आबे खयात वालिए कुल आलम सरवरे कायनात राजान राज पानान पान देवान देव उपमा महान धन 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 श्री गुरु ग्रंथ साहिब सच्चे पातशाह महाराज तिन्हां दे पावन और पवित्र चरण कमलों पास सुभाईमान गुरमुख प्यारे गुरु सवारे सतसंगी जनों वडभागे खान जिन्हां नूं साहिब जी की अपार बख्शिश मेहरमत सदका सतसंग के महान पवित्र तीर्थ स्थान ते पहुँच के अपने दुर्लभ कीमती मनुखा जीवन दियां मोलक मुबारक घड़ियां नूं सफल करन दा सुभाग समा प्राप्त होया है। सतगुरां दी अपार किरपा सदका संध्या वेले दे विशेष हफ्तावारी गुरमत दीवान अंदर हाजरियां भरदियां होइयां सोदर रहरास साहिब बाणी दे पाठ आप जी ने बड़े ही प्रेम सत्कार और श्रद्धा भावना दे नाल श्रवण कीते हन। कुछ समय प्राप्त होया है गुरमत विचारां दी सांझ कीती जा सके।
ਕਿਉਂਕਿ ਜਿੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੱਬੀ ਬਾਣੀ ਵਿੱਚ ਗੁਰਬਾਣੀ ਨੂੰ ਪੜ੍ਹਨ ਦੀ ਹਦਾਇਤ ਕੀਤੀ ਹੈ, ਪਾਤਸ਼ਾਹ ਦੀ ਇਹ ਤਾਕੀਦ ਹੈ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਾਂ ਆਪਾਂ ਬਾਣੀ ਵਿੱਚੋਂ ਬਚਨ ਪੜ੍ਹਦੇ ਖਾਂ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਜਿੱਥੇ ਸਭ ਤੋਂ ਪਹਿਲਾ ਕਰਮ ਹੈ ਗੁਰਬਾਣੀ ਨੂੰ ਪੜ੍ਹਨਾ, ਰੋਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਦੀ ਪਵਿੱਤਰ ਕੀਰਤੀ, ਜਿਹਨੂੰ ਮਹਾਰਾਜ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਾਧ ਸੰਗਤ ਹਰ ਕੀਰਤ ਹੈ, ਸਿਰ ਕਰਮਨ ਕੈ ਕਰਮਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਨਾ ਹਰੀ ਪਰਮੇਸ਼ਰ ਪ੍ਰਮਾਤਮਾ ਦੀ ਕੀਰਤੀ, ਪ੍ਰਮਾਤਮਾ ਦਾ ਜਸ, ਨਿਰੰਕਾਰ ਦੀ ਵਡਿਆਈ ਨੂੰ, ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਏ, ਸੁਣਿਆ ਜਾਏ। ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਮਹਾਰਾਜ ਜੀ ਕਹਿੰਦੇ ਇਹ ਜ਼ਿੰਦਗੀ ਦੇ, ਮਨੁੱਖ ਦੀ ਜ਼ਿੰਦਗੀ ਦੇ ਸਾਰੇ तमाम ਕਰਮਾਂ ਦੇ ਵਿੱਚੋਂ ਵੱਡਾ ਕਰਮ ਹੈ, ਸਭ ਤੋਂ ਪ੍ਰਧਾਨ ਕਰਮ ਹੈ, ਸਭ ਤੋਂ ਪ੍ਰਮੁੱਖ ਕਰਮ ਹੈ ਵੀ ਮਨੁੱਖ ਸਾਧ ਸੰਗਤ ਵਿੱਚ ਆ ਕੇ ਬੈਠ ਕੇ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਦੀ ਨਿਰੰਕਾਰ ਦੀ ਕੀਰਤੀ, ਪ੍ਰਮਾਤਮਾ ਦੀ ਵਡਿਆਈ, ਉਹਦਾ ਜਸ ਗਾਇਨ ਕਰੇ। ਔਰ ਇਹ ਜਸ ਦੀ ਵਡਿਆਈ ਪਰਮੇਸ਼ਰ ਪ੍ਰਮਾਤਮਾ ਦੀ ਕਿਉਂ ਗਾਇਨ ਕਰਨੀ ਹੈ? ਪ੍ਰਮਾਤਮਾ ਦਾ, ਵਾਹਿਗੁਰੂ ਦਾ ਨਾਮ ਜਪਣਾ, ਧਿਆਉਣਾ, ਆਰਾਧਨਾ ਮਨੁੱਖੀ ਆਤਮਾ ਵਾਸਤੇ ਕਿਉਂ ਜ਼ਰੂਰੀ ਹੈ? ਮਹਾਰਾਜ ਜੀ ਨੇ ਕਿਉਂ ਇਹਨੂੰ ਪ੍ਰਧਾਨ ਕਰਮ ਜਿਹੜਾ ਮਨੁੱਖ ਦੀ ਜ਼ਿੰਦਗੀ ਦਾ ਆਖਿਆ? ਔਰ ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੇ, ਵਿਰਲਾ ਬੂਝੇ ਕੋਏ। ਹਜ਼ੂਰ ਕਹਿੰਦੇ ਮਨੁੱਖ ਜ਼ਿੰਦਗੀ ਜਿਉਣ ਵਾਸਤੇ, ਆਪਣੇ ਨਿਕਟ ਭਵਿੱਖ ਨੂੰ ਸੌਖੀਆਂ ਕਰਨ ਵਾਸਤੇ, ਸਮਾਜ ਦਾ ਹਾਣੀ ਬਣ ਕੇ ਚੱਲਣ ਵਾਸਤੇ, ਜੀਵਨ ਦੇ ਗੁਜ਼ਰਾਨ ਵਾਸਤੇ, ਪਰਿਵਾਰ ਦੇ ਬੱਚਿਆਂ ਦੇ ਨਿਰਬਾਹ ਤੇ ਪਰਵਰਿਸ਼ ਵਾਸਤੇ ਇਹ ਜ਼ਿੰਦਗੀ ਵਿੱਚ ਅਨੇਕ ਤਰ੍ਹਾਂ ਦੇ ਧੰਦੇ ਕਾਰ ਵਿਹਾਰ ਕਰਦਾ ਹੈ। ਉਹ ਗੱਲ ਵੱਖਰੀ, ਕਿਸੇ ਦੀ ਕਿਰਤ ਧਰਮ ਦੇ ਅਨੁਸਾਰ ਹੀ ਹੁੰਦੀ ਹੈ ਔਰ ਕਿਸੇ ਦੀ ਕਿਰਤ ਜਿਹੜੀ ਅਧਰਮੀਆਂ ਵਾਲੀ ਹੁੰਦੀ ਹੈ। ਕਿਸੇ ਦੀ ਕਿਰਤ ਵੀ ਪਰਮੇਸ਼ਰ ਪਰਮਾਤਮਾ ਦਾ ਭਜਨ ਬੰਦਗੀ ਬਣ ਜਾਂਦੀ ਹੈ ਔਰ ਕਿਸੇ ਦੀ ਕਿਰਤ ਜਿਹੜੀ ਉਹਨੂੰ ਪਰਮੇਸ਼ਰ ਪਰਮਾਤਮਾ ਤੋਂ ਕੋਹਾਂ ਦੂਰ ਲੈ ਜਾਂਦੀ। ਇਸ ਲਈ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਪਰ ਮਹਾਰਾਜ ਜੀ ਕਹਿੰਦੇ ਇੱਕ ਆਹਰ, ਇੱਕ ਕੰਮ, ਇੱਕ ਕਾਰਜ ਜਿਹਨੂੰ ਕਰਨ ਲੱਗਿਆਂ ਮਨੁੱਖ ਆਪਣੇ ਕਦਮ ਜਿਹੜੇ ਉਹ ਪਿਛਾਂਹ ਨੂੰ ਖਿੱਚਦਾ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ। ਹਜ਼ੂਰ ਕਹਿੰਦੇ ਮਨੁੱਖੀ ਫਿਦਰਤ ਪਤਾ ਕੈਸੀ ਹੈ, ਮਨੁੱਖੀ ਸੁਭਾਅ ਕੈਸਾ ਹੈ। ਮਹਾਰਾਜ ਜੀ ਕਹਿੰਦੇ ਨੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਹਜ਼ੂਰ ਕਹਿੰਦੇ ਮਨੁੱਖ ਜ਼ਿੰਦਗੀ ਵਿੱਚ ਜਿਹੜੇ ਮਾੜੇ ਕਰਮ ਨੇ, ਮੰਦੇ ਕਰਮ ਨੇ, ਉਹਨਾਂ ਨੂੰ ਕਰਨ ਦੇ ਵਾਸਤੇ ਮਨੁੱਖੀ ਮਨ ਜਿਹੜਾ ਬੜੀ ਤੇਜ਼ੀ ਦੇ ਨਾਲ ਉਹਨਾਂ ਦੇ ਵੱਲ ਦੌੜਦਾ ਹੈ। ਮਹਾਰਾਜ ਜੀ ਕਹਿੰਦੇ ਚੰਗਿਆਈ ਵਾਲੇ ਪਾਸੇ
ਭਲੇ ਕਰਮ ਵਾਲੇ ਪਾਸੇ, ਪਰਉਪਕਾਰ ਵਾਲੇ ਪਾਸੇ ਔਰ ਨੇਕੀ ਵਾਲੇ ਪਾਸੇ ਆਉਣ ਤੋਂ ਮਨੁੱਖ ਜਿਹੜਾ ਮਹਾਰਾਜ ਜੀ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਆਲਸ ਆ ਜਾਂਦਾ ਹੈ, ਉਹ ਢਿੱਲ ਵਰਤ ਦਿੰਦਾ ਹੈ। ਪਰ ਬੁਰਿਆਈ ਹੋਏ ਸ਼ੇਰ, ਹਜ਼ੂਰ ਕਹਿੰਦੇ ਬੁਰੇ ਕਰਮਾਂ ਨੂੰ ਕਰਨ ਵਾਸਤੇ ਇਹਦੇ ਕੋਲ ਸ਼ੇਰ ਵਰਗਾ ਜਿਹੜਾ ਹੌਸਲਾ, ਸ਼ੇਰ ਵਰਗੀ ਤਾਕਤ ਮਹਾਰਾਜ ਜੀ ਕਹਿੰਦੇ ਇਹਦੀ ਜ਼ਿੰਦਗੀ ਵਿੱਚ ਆ ਜਾਂਦੀ ਹੈ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ 'ਚ ਬਖਸ਼ਿਸ਼ ਕੀਤੀ ਨਾ, ਮਹਾਰਾਜ ਜੀ ਕਹਿੰਦੇ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਮਨੁੱਖੀ ਫਿਦਰਤ ਹੈ, ਸੁਭਾਅ ਹੈ। ਸਾਰੀ ਰਾਤ ਮਨੁੱਖ ਇੰਜੋਏ ਕਰਦਾ, ਮਨੋਰੰਜਨ ਕਰਦਾ, ਨਾਟਕ ਚੇਟਕ ਵੇਖਦਾ, ਥੱਕਦਾ ਨਹੀਂ। ਪਰ ਜਦੋਂ ਹੀ ਇਹਨੇ ਗੁਰਬਾਣੀ ਪੜ੍ਹਨੀ ਹੋਵੇ, ਅੰਮ੍ਰਿਤ ਵੇਲੇ ਦੀ ਸਾਰ ਸੰਭਾਲ ਦਾ ਵਕਤ ਆਵੇ, ਔਰ ਉਦੋਂ ਇਹਨੂੰ ਸੁਭਾਵਕ ਹੈ ਵੀ ਆਲਸ ਵਧੇਰੇ ਆ ਕੇ ਘੇਰ ਲੈਂਦਾ। ਔਰ ਇਹੀ ਕਾਰਨ ਅਸੀਂ ਕੋਈ ਸੀਰੀਅਲ, ਨਾਟਕ, ਕੋਈ ਫਿਲਮ, ਪਿਕਚਰ ਵੇਖੀਏ ਨਾ ਤੇ ਮਨੁੱਖ ਇੰਨਾ ਖੁੱਭ ਜਾਂਦਾ ਹੈ, ਉਹਦੇ ਵਿੱਚ ਇੰਨਾ ਇੰਟਰਸਟ ਹੁੰਦਾ ਮਨੁੱਖ ਦਾ ਵੀ ਸੁਭਾਵਕ ਹੈ ਵੀ ਇੱਕ ਆਵਾਜ਼ ਕੋਈ ਮਾਰੇ ਸਾਨੂੰ ਨਹੀਂ ਸੁਣਦੀ, ਫਿਰ ਕੋਈ ਦੂਜੀ ਆਵਾਜ਼ ਜਿਹੜਾ ਉੱਚੀ ਦੇ ਕੇ ਆਵਾਜ਼ ਮਾਰੇ ਨਾ ਤੇ ਤਾਂ ਸਾਨੂੰ ਆਵਾਜ਼ ਕੰਨਾਂ 'ਚ ਪੈਂਦੀ ਹੈ। ਉਹਦੇ ਵਿੱਚ ਖੁੱਭ ਇੰਨਾ ਜਾਂਦਾ ਹੈ, ਮਨ ਉਹਦੇ ਵਿੱਚ ਇੰਨਾ ਗੱਡਿਆ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਬੁਰੇ ਕਰਮਾਂ ਨੂੰ ਕਰਨ ਵਾਸਤੇ ਇਹ ਉੱਠ ਖਲੋਂਦਾ ਹੈ, ਪਰ ਨਾਮ ਪਰਮੇਸ਼ਰ ਪਰਮਾਤਮਾ ਦੀ ਬੰਦਗੀ, ਭਗਤੀ, ਇਬਾਦਤ ਵਾਲੇ ਪਾਸੇ ਜਦੋਂ ਆਉਣਾ ਹੋਵੇ, ਹਜ਼ੂਰ ਕਹਿੰਦੇ ਉਦੋਂ ਫਿਰ ਇਹਨੂੰ ਆਲਸ ਜਿਹੜਾ ਜ਼ਿੰਦਗੀ ਵਿੱਚ ਆ ਕੇ ਘੇਰ ਲੈਂਦਾ। ਇਸ ਲਈ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੇ, ਵਿਰਲਾ ਬੂਝੇ ਕੋਈ। ਪਰ ਮਹਾਰਾਜ ਜੀ ਕਹਿੰਦੇ ਮਨੁੱਖ ਦੀ ਵਿਡੰਬਣਾ ਪਤਾ ਕੀ ਹੈ? ਇਹ ਗੱਲ ਕਿਸੇ ਵਿਰਲੇ ਵਾਂਝੇ ਨੂੰ ਮਹਾਰਾਜ ਜੀ ਕਹਿੰਦੇ ਨੇ ਸੈਂਕੜਿਆਂ ਦੇ ਵਿੱਚੋਂ ਕਿਸੇ ਵਿਰਲੇ ਨੂੰ ਇਹ ਗੱਲ ਜਿਹੜੀ ਸਮਝ ਵਿੱਚ ਪੈਂਦੀ ਹੈ ਵੀ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਬੈਲੈਂਸ ਹੈ ਉਹ ਬਰਾਬਰ ਬਣਾ ਕੇ ਰੱਖਣਾ ਹੈ। ਜਿੱਥੇ ਦੁਨਿਆਵੀ ਧਨ, ਉੱਥੇ ਨਾਲ ਨਾਲ ਗੁਰੂ ਕੀ ਸੰਗਤ ਵਿੱਚ ਆ ਕੇ ਨਾਮ ਦੇ ਧਨ ਦੀ ਖੱਟੀ ਵੀ ਜ਼ਰੂਰ ਖੱਟਣੀ ਚਾਹੀਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਵੇਕਲਾ ਪੰਥ ਇਸੇ ਕਰਕੇ ਹੀ ਚਲਾਇਆ। ਇਸ ਨਵੇਕਲੇ ਪੰਥ ਦੇ ਪੰਧ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਣਾਇਆ। ਔਰ ਜੋਗੀ ਲੋਕਾਂ ਦਾ ਇਹੀ ਸਵਾਲ ਸੀ ਨਾ, ਉਹਨਾਂ ਆਖਿਆ ਵੀ ਬਾਬਾ ਨਾਨਕ ਇਹਦੀ ਵਿਚਾਰਧਾਰਾ ਬੜੀ ਕਮਾਲ ਦੀ ਹੈ, ਕੋਈ ਐਸਾ ਗੁਰੂ ਆਚਾਰੀ ਹੈ, ਕੋਈ ਐਸਾ ਪੈਗੰਬਰ ਕਿਧਰੇ ਸਾਡੇ ਮਤ ਨੂੰ ਫੋਲੋ ਕਰ ਲਏ ਨਾ, ਸਾਡੇ ਮਤ ਨੂੰ ਪ੍ਰਵਾਨ ਕਰ ਲਏ, ਫਿਰ ਅੱਗੇ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰ ਦੇ ਤੇ ਕਹਿਣ ਲੱਗੇ ਵੀ ਉਹ ਦਿਨ ਫਿਰ ਦੂਰ ਨਹੀਂ ਜਿਸ ਦਿਨ ਸਾਰੇ ਹਿੰਦੁਸਤਾਨ ਦੇ ਧਰਾਤਲ ਤੇ ਜੋਗ ਮਤ ਦਾ ਬੋਲਬਾਲਾ ਕਾਇਮ ਹੋ ਜਾਏਗਾ। ਇਸ ਕਰਕੇ ਇਸ ਬਾਬੇ ਨਾਨਕ ਨੂੰ ਆਪਣੀ ਵਿਚਾਰਧਾਰਾ, ਆਪਣੇ ਜੋਗ ਮਤ ਦੇ ਜਿਹੜੇ ਸਿਧਾਂਤ ਨੇ ਉਹਨਾਂ ਤੋਂ ਜਾਣੂ ਕਰਵਾਇਆ ਜਾਏ। ਔਰ ਉਹਨਾਂ ਲੋਕਾਂ ਨੇ ਇੱਕ ਤੋਂ ਇੱਕ ਸਾਇੰਟੀਫਿਕ ਤਰੀਕੇ ਦਾ ਸਵਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਸਹਿਜ ਨਾਲ, ਬੜੇ ਠਰਮੇ ਨਾਲ, ਬੜੇ ਪਿਆਰ ਨਾਲ, ਬੜੇ ਸਹਿਜ ਨਾਲ, ਬੜੇ ਧੀਰਜ ਦੇ ਨਾਲ ਉਹਨਾਂ ਦੇ ਇੱਕ ਇੱਕ ਕੀਤੇ ਹੋਏ ਸਵਾਲ ਦਾ ਜਵਾਬ ਸੀ ਜਿਹੜਾ ਦਿੱਤਾ। ਔਰ ਉਹਨਾਂ ਲੋਕਾਂ ਨੇ ਸਵਾਲ ਕੀਤਾ, ਕਹਿਣ ਲੱਗੇ ਬਾਬਾ ਨਾਨਕ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਤੁਸੀਂ ਘਰ-ਬਾਰ ਕਿਉਂ ਛੱਡਿਆ, ਜੰਗਲਾਂ ਬੇਲਿਆਂ ਦੇ ਵਿੱਚ ਆ ਕੇ ਕਿਉਂ ਬੈਠ ਗਏ ਹੋ, ਔਰ ਤੁਸੀਂ ਕੰਦ ਮੂਲ ਆਹਾਰੋ ਖਾਈਏ ਇਹ ਕਰਮ ਕਰਨੇ ਕਿਉਂ ਸ਼ੁਰੂ ਕਰ ਦਿੱਤੇ ਨੇ? ਤੁਸੀਂ 36 ਪ੍ਰਕਾਰ ਦੇ ਭੋਜਨ ਪਕਵਾਨ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਆ ਕੇ ਬੈਠ ਗਏ। ਕੋਈ ਦਰਖਤਾਂ ਦੇ ਨਾਲ ਪੁੱਠੇ ਲਟਕ ਰਿਹਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ, ਕੋਈ ਅੱਤ ਦੀ ਜੇਠ ਹਾੜ ਦੀ ਤਪਦੀ ਹੋਈ ਗਰਮੀ ਦੇ ਵਿੱਚ ਆਪਣੇ ਸਰੀਰ ਨੂੰ ਬਿਠਾ ਕੇ ਧੂਣਿਆਂ ਦੇ ਵਿੱਚ ਤਪਾ ਰਿਹਾ ਹੈ, ਔਰ ਕੋਈ ਪੋਹ ਮਾਘ ਦੇ ਦਿਨਾਂ ਦੇ ਵਿੱਚ
ਐਨ ਸ਼ੀਤ ਠਾਰ ਠੰਡੇ ਬਰਫ਼ਨੁਮਾ ਪਾਣੀ ਦੇ ਵਿੱਚ ਆਪਣੇ ਸਰੀਰ ਨੂੰ ਬਿਠਾ ਕੇ ਸਮਾਧੀਆਂ ਲਾ ਕੇ ਬੈਠਾ ਹੋਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲੋਕਾਂ ਨੇ ਆਖਿਆ, ਮਹਾਰਾਜ ਅਸੀਂ ਤੇ ਸਾਰਾ ਕੁਝ ਇਸ ਵਾਸਤੇ ਕਰਨ ਲਈ ਆਏ ਹਾਂ ਵੀ ਜਿਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਸਨ, ਉਸ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਡਾ ਪਰਪਸ ਤਾਂ ਇਹੀ ਹੈ ਨਾ ਮਨੁੱਖਾ ਜ਼ਿੰਦਗੀ ਦਾ, ਸਾਡਾ ਮਿਸ਼ਨ ਤਾਂ ਇਹ ਹੈ ਨਾ ਵੀ ਅਸੀਂ ਰੱਬ ਵਿੱਚ ਨਿਰੰਕਾਰ ਵਿੱਚ ਜਿਉਂਦੇ ਜੀ ਅਭੇਦ ਹੋਣਾ, ਉਹਦਾ ਰੂਪ ਬਣਨਾ। ਕਿਉਂਕਿ ਭਈ ਪ੍ਰਾਪਤ ਮਨੁੱਖ ਦੇ ਖੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਇੱਕ ਮੌਕਾ, ਇੱਕ ਚਾਂਸ ਸਤਿਗੁਰੂ ਸਾਹਿਬ ਪਰਮੇਸ਼ਰ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਤਾਂ ਜੋ ਨਿਰੰਕਾਰ ਪ੍ਰਮਾਤਮਾ ਦੇ ਵਿੱਚ ਜਿਉਂਦੇ ਜੀ ਮਨੁੱਖ ਗੁਣਾਂ ਦਾ ਧਾਰਨੀ ਬਣ ਕੇ ਅਭੇਦ ਹੋ ਸਕੇ। ਕਹਿੰਦੇ ਸੰਸਾਰ ਜਿਹੜਾ ਬਹੁਤ ਵੱਡਾ ਜੰਜਾਲ ਦਾ ਘਰ ਹੈ ਬਾਬਾ ਨਾਨਕ। ਜਿੰਨਾ ਚਿਰ ਮਨੁੱਖ ਦੀ ਜ਼ਿੰਦਗੀ ਵਿੱਚ ਇਸਤਰੀ ਦਾ ਸੰਗ ਹੈ ਔਰ ਉਹਦੇ ਕੋਲ ਘਰ ਵਿੱਚ ਬੱਚੇ ਨੇ, ਉਹਦੇ ਕੋਲ ਗ੍ਰਸਤ ਮਾਰਗ ਹੈ ਔਰ ਬਜ਼ੁਰਗ ਮਾਂ ਬਾਪ, ਉਹਨਾਂ ਦੀ ਸਾਰ ਸੰਭਾਲ, ਕਹਿੰਦੇ ਸਾਰਾ ਦੁਨਿਆਵੀ ਭਾਰ ਹੀ ਮੋਢਿਆਂ ਤੇ ਪਿਆ ਰਹਿੰਦਾ ਹੈ। ਨਿਰੰਕਾਰ ਦੀ ਪ੍ਰਾਪਤੀ ਇਹਨਾਂ ਵਿੱਚ ਰਹਿ ਕੇ ਬੜਾ ਵੱਡਾ ਜੰਜਾਲ ਹੈ ਬਾਬਾ ਨਾਨਕ। ਨਿਰੰਕਾਰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਸ ਕਰਕੇ ਅਸੀਂ ਨਿਰੰਕਾਰ ਨੂੰ ਲੱਭਣ, ਨਿਰੰਕਾਰ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਆਏ ਹਾਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਨੇ ਸਭ ਤੋਂ ਪਹਿਲਾ ਸੰਦੇਸ਼ ਜਿਹੜਾ ਇਹੀ ਬਖਸ਼ਿਸ਼ ਕੀਤਾ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਨੇ। ਉਹਨਾਂ ਆਖਿਆ, ਜੋਗੀ ਲੋਕੋ, ਪਹਿਲੀ ਗੱਲ ਤੇ ਤੁਹਾਡੀ ਇਹ ਵਿਚਾਰ ਗਲਤ ਹੈ। ਤੁਸੀਂ ਇੱਥੇ ਰੋਂਗ ਹੋ, ਤੁਹਾਡੇ ਤੋਂ ਬੜੀ ਵੱਡੀ ਮਿਸਟੇਕ ਜ਼ਿੰਦਗੀ ਵਿੱਚ ਹੋ ਰਹੀ ਹੈ। ਤੁਸੀਂ ਜਿੰਨਾ ਜੰਗਲਾਂ ਬੇਲਿਆਂ ਵਿੱਚ ਸੁੰਨਸਾਨ ਬੀਆਬਾਨ ਇਲਾਕਿਆਂ ਵਿੱਚ ਆ ਕੇ ਬੈਠੇ, ਪਹਾੜਾਂ ਦੀਆਂ ਕੰਧਰਾਂ ਤੇ ਗੁਫਾਵਾਂ ਵਿੱਚ ਆ ਕੇ ਬੈਠ ਗਏ ਵੀ ਰੱਬ ਦੀ ਨਿਰੰਕਾਰ ਦੀ ਪ੍ਰਾਪਤੀ ਹੋਵੇ, ਰੱਬ ਨੂੰ ਮਿਲਣਾ ਹੈ। ਤੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਨੇ ਆਖਿਆ, ਜਿਹੜੇ ਘਰ ਦੇ ਵਿੱਚ ਮਾਤਾ ਪਿਤਾ ਔਰ ਘਰ ਵਿੱਚ ਤੇ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਔਰ ਰੱਬ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਵਿੱਚ ਬੈਠਾ ਹੋਇਆ ਵਰਤ ਰਿਹਾ ਹੈ ਔਰ ਜਿਨਨੇ ਮਾਤਾ ਪਿਤਾ ਦੀ ਬਜ਼ੁਰਗੀ ਵਿੱਚ ਉਹਨਾਂ ਦੀ ਸੇਵਾ ਕਰ ਲਈ, ਉਹਨਾਂ ਨੂੰ ਨਿਰੰਕਾਰ ਦੀ ਪਰਮੇਸ਼ਰ ਦੀ ਨਿਰੰਕਾਰ ਦੀ ਪ੍ਰਾਪਤੀ ਘਰ ਬੈਠਿਆਂ ਹੀ ਹੋ ਜਾਂਦੀ। ਰੱਬ ਪਰਮਾਤਮਾ ਤਾਂ ਹਰ ਇੱਕ ਦੇ ਹਿਰਦੇ ਘਰ ਵਿੱਚ ਬੈਠਾ ਹੋਇਆ। ਘਟ ਘਟ ਮੈਂ ਹਰਜੂ ਬਸੈ, ਜੰਗਲਾਂ ਵਿੱਚ ਕਿਹੜਾ ਰੱਬ ਭਾਲਣ ਵਾਸਤੇ ਆਏ ਹੋ? ਇੱਥੇ ਆ ਕੇ ਪੁੱਠੇ ਲਟਕੇ ਜਾਨਵਰਾਂ ਵਾਲੇ ਕੰਮ ਤੁਸੀਂ ਕਰ ਰਹੇ ਹੋ। ਮਨੁੱਖਾ ਜੀਵਨ ਨੂੰ, ਮਨੁੱਖਾ ਜ਼ਿੰਦਗੀ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਬਾਬਾ ਫਰੀਦ ਸਾਹਿਬ ਜੀ ਨੇ ਤਾਂ ਹੀ ਬਚਨ ਆਖੇ ਨਾ ਡੰਕੇ ਦੀ ਚੋਟ ਤੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਬਾਬਾ ਫਰੀਦ ਸਾਹਿਬ ਕਹਿੰਦੇ ਜੰਗਲਾਂ ਦੇ ਵਿੱਚ ਰੱਬ ਪ੍ਰਮਾਤਮਾ ਦੀ ਭਾਲ ਮਨੁੱਖ ਤੂੰ ਕਿਉਂ ਕਰਨ ਵਾਸਤੇ ਆ ਗਿਆ? ਵਣ ਕੰਡਾ ਮੋੜੇ ਹੈ, ਇਥੋਂ ਤੈਨੂੰ ਰੱਬ ਅਕਾਲ ਪੁਰਖ ਪਰਮਾਤਮਾ ਸਪੈਸ਼ਲ ਤੌਰ ਤੇ ਉਹਦੀ ਪ੍ਰਾਪਤੀ ਹੋਣੋਂ ਰਹੀ, ਪਰ ਤੂੰ ਜੰਗਲਾਂ ਦੇ ਦਰਖਤਾਂ ਦੇ ਸੁੱਕੇ ਕੰਡੇ ਪੈਰਾਂ ਦੇ ਵਿੱਚ ਮਿੱਧ ਰਿਹਾ। ਇਸ ਤੋਂ ਵੱਧ ਤੈਨੂੰ ਪ੍ਰਾਪਤੀ ਹੋਰ ਕੁਝ ਨਹੀਂ ਹੋ ਸਕਦੀ। ਮਹਾਰਾਜ ਫਿਰ ਰੱਬ ਕਿੱਥੇ ਰਹਿੰਦਾ ਹੈ? ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏ? ਉਸ ਨਿਰੰਕਾਰ ਦਾ, ਉਸ ਮਾਲਕ ਦਾ ਘਰ ਕਿੱਥੇ ਹੈ? ਉਹਦਾ ਮੁਕਾਮ ਕਿੱਥੇ ਹੈ? ਉਹਦਾ ਟਿਕਾਣਾ ਕਿੱਥੇ ਹੈ? ਉਹਦਾ ਨਿਵਾਸ ਕਿੱਥੇ ਹੈ? ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਵਸੀ ਰੱਬ ਹਿਆਲੀਏ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਹਿਰਦੇ ਘਰ ਦੇ ਅੰਦਰ ਬੈਠਾ ਹੋਇਆ ਹੈ। ਪਰਮਾਤਮਾ ਵਾਹਿਗੁਰੂ ਸਾਡੇ ਸਰੀਰ ਦੇ ਅੰਦਰ ਉਹਦੀ ਜੋਤ ਹੈ, ਉਹ ਬੈਠਾ ਹੋਇਆ ਹੈ ਤੇ ਸਾਡੇ ਦਿਲ ਦੀ ਧੜਕਣ ਜਿਹੜੀ ਚੱਲ ਰਹੀ ਹੈ। ਇਸ ਕਰਕੇ ਜਿੱਦਣ ਪਰਮਾਤਮਾ ਸਾਡੇ ਸਰੀਰ ਤੋਂ ਵੱਖ ਹੋ ਗਿਆ ਔਰ ਉਸੇ ਦਿਨ ਹੀ ਕਾਇਆਂ ਦੀ ਮੜੋਲੀ ਨੇ ਢਹਿ ਢੇਰੀ ਹੋ ਜਾਣਾ ਔਰ ਇਹਨੇ ਰਾਖ ਦੀ ਮੁੱਠ ਸਵਾਹ ਬਣ ਜਾਣਾ। ਇਸ ਕਰਕੇ ਬਾਬਾ ਨਾਨਕ ਜੀ ਨੇ ਵਿਚਾਰ ਸਮਝਾਈ ਵੀ ਰੱਬ ਪਰਮਾਤਮਾ ਤੇ ਜਿਨ੍ਹਾਂ ਨੂੰ ਘਰ ਵਿੱਚ ਛੱਡ ਕੇ ਆਏ ਹੋ ਉਹਨਾਂ ਦੇ ਹਿਰਦੇ ਘਰ ਵਿੱਚ ਵਸਦਾ ਹੈ। ਔਰ ਮਨੁੱਖਾ ਜ਼ਿੰਦਗੀ, ਮਨੁੱਖਾ ਜੀਵਨ
इकल्ला खाण पीण पहनण हंडाण दा नाम नहीं। साध संगत जी, मनुखा जीवन मनुखा जिंदगी ये जिम्मेवारियां दा नाम है और मनुख फर्जां दा नाम है, जिम्मेवारियां दा नाम है। क्योंकि अपने बच्चियां नूं पालन पोषण दी जिहड़ी जिम्मेवारी है, तुसीं वेखो ते पशु पंछी भी बड़े बाखूबी निभाउंदे ने। सगों अज दिलां दे विच जिहड़ी हमदर्दी है ना, वो पंछियां दे जानवरां दे दिलां दे विच वध है और मनुखां दे विच अज ये चीज घटदी हुई नजर आ रही है। और किधरे जानवरां दे उन्हां दे कोई ऐसी भीड़ बने, कोई मुश्किल बने, तुसीं वेखो जिहड़े आवारा जानवर फिर रहे ने, एकदम उन्हां दा झुंड एक थां ते इकट्ठा हो जाएगा भी साडे नाल दे साथी नूं कोई मुसीबत, कोई मुश्किल, कोई पीड़ा इहदे ते आण बणी। पुराने समय च आपां वेखदे सन, अज ते हुण पंछी जिहड़े अलोप हो गए। इल्लां गिरजां ये पंछी मासाहारी जीव अज सानू बहुते वेखण नूं नहीं मिलते और इन्हां दे विच बहुत ज्यादा जिहड़ी कमी ते घाट आ गई। फिर छोटियां चिड़ियां सानू बहुत घाटे पंछी वेखण वास्ते मिलदे। इसे तरह कां, उन्हां दी गिणती भी बहुत घट गई है। जदों कावां ने तार दे उपर बैठे होना ना, ते तार किधरे आपस दे विच नेड़े होनी, ते कां दे शरीर दा कोई अंग जदों दूजी तार दे नाल टच होना, ते एकदम जिहड़ा अर्थ मिलन दे कारण बिजली दी खंबे दी तार ते बैठा होया कां सी, जिहड़ा एकदम पटाका पैंदा और ओदी मौत हो जांदी। और तुसीं वेखिया होएगा आम आपां पिंडां दे विच भी अद्धा अद्धा घंटा कावां दी रौली नहीं सी मुकदी हुंदी और उत्थे चार सवेरे वो कां कां करदे मंडराउंदे रहिंदे सन, उत्थे ही घुमदे रहिंदे सन। क्यों? उन्हां दे नाल दे साथी दी मौत दी उन्हां नूं बड़ी वड्डी हमदर्दी ते बड़ा वड्डा दुख हुंदा सी। सो इस करके ये जिहड़े कर्म ये चीज़ां ते परमात्मा ने जानवरां नूं, पशु पंछियां नूं भी दित्तियां होईयां, पर मनुख दा एक होर फर्ज है, एक जिम्मेवारी है संसार दे विच आउण दी। वो फर्ज ने अपने आप दे प्रति भी निभाउणा है। जिथे बच्चियां प्रति, परिवार प्रति, समाज दे प्रति परोपकार ते भलाई दे कार्य करदे होए, ताई हजूर ने सुखमनी साहब दी बाणी च बचन आखे ना, महाराज जी कहंदे अपने तक स्वार्थी हो के ना बैठ जाई। तेरा जीवन खुद अपने आप दे स्वार्थ तक टिकिया होया नहीं होना चाहिए। याद रख, फिर तेरा जीवन व्यर्थ है। ताई हजूर ने आख्या मिथ्या तन नहीं परोपकारा, मिथ्या बासले ते पिकारा। जिस मनुख ने अपने जिंदगी विच किसे ते कोई परोपकार नहीं कीता, किसे दा भला नहीं कीता, किसे दी मदद नहीं कीती, गुरु अर्जन साहब जमानत देंदे इस गल दी। वो कहंदे भी वो मनुख दा जिहड़ा संसार ते आउणा व्यर्थ है, निफल है, उहदा मनुखा जीवन किसी अर्थ नहीं रह जांदा। इस करके अपने आप दे विच तां जिहड़े पशु पंछी जानवर भी जिंदगी जिउंदे, इसलिए मनुख ने अपने फर्ज जिहड़े अदा करने निभाउणे ने। तो इसलिए जोगी लोकां नूं महाराज जी ने ये उन्हां दे फर्जां दी जिहड़ी पछाण करवाई। उन्हां आखिया बाबा नानक फिर साडी एक गल दा होर जवाब दिओ ते असीं तां मन्नीए। उन्हें आखिया बाबा नानक जी दुनिया सागर दुतार कहिए क्यों कर पाइए पारो, चरपट बोले औदू नानक देव सच्चा विचारो। हुण चरपट जोगी ने गुरु नानक साहब महाराज जी नूं सवाल किया, कहन लगा बाबा नानक दुनिया ना जिहड़ी संसार सागर ये दुतारक है, इनू तरिया नहीं जा सकता, बड़ा औखा है तरना, बड़ा औखा है परमेश्वर परमात्मा नूं मिलना। ये संसार विच रह के, ये जंजाल विच झमेलियां विच रह के, ये इत्थे दुखां ते सुखां दे विच रह के, खुशियां ते गमियां च रह के, वाधे घाटे जिंदगी विच जरदियां होइयां बड़ा औखा है मन नूं परमात्मा नाल जोड़ना। ते गुरु नानक साहब सच्चे पातशाह जी ने जो जोगी लोकां नूं जवाब बख्शिश कीता ना, वो बड़ा कमाल दा। गुरु नानक साहब सच्चे पातशाह महाराज जी ने आख्या जैसे जल में कमल निरालम, संसार दे विच रहना किवें,
ਮਨੁੱਖ ਦਾ ਸੰਸਾਰ ਤੇ ਆਉਣਾ ਸਫਲਾ ਕਿਵੇਂ ਹੋ ਸਕੇ। ਉਹ ਜੁਗਤ, ਉਹ ਢੰਗ, ਉਹ ਵਿਧੀ ਜੋਗੀ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ। ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀ ਲੋਕੋ, ਨਾਥ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਕਮਲ ਦਾ ਫੁੱਲ ਵਾਈ ਕੋਈ ਸਵਾਰੀ ਕੋਈ ਜ਼ਮੀਨ ਬੜੀ ਸਾਫ਼ ਮਿੱਟੀ ਦੇ ਵਿੱਚ ਉਹ ਕਦੇ ਵੀ ਨਹੀਂ ਉੱਗਦਾ। ਭਾਵੇਂ ਜਿੰਨੀ ਮਰਜ਼ੀ ਜ਼ਮੀਨ ਵਾਹ ਲਈ ਜਾਏ, ਐਨ ਵਧੀਆ ਪੱਧਰ ਜ਼ਮੀਨ ਵਿੱਚ ਰਸਾਇਣਕ ਖਾਦਾਂ ਵਿੱਚ ਡਾਇਆ ਯੂਰੀਆ ਇਹ ਉਹ ਕੈਲੋਰੋ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਪਾ ਦਿੱਤੀਆਂ ਜਾਣ, ਬੜੀ ਸੰਭਾਲ ਕੀਤੀ ਜਾਏ ਔਰ ਸਪੈਸ਼ਲ ਉਹਦੀ ਖੁਰਾਕ ਦਾ ਪ੍ਰਬੰਧ ਹੋਵੇ, ਸਪੈਸ਼ਲ ਉਹਦੀ ਨਿਗਰਾਨੀ ਲਈ ਇੱਕ ਮਾਲੀ ਰੱਖ ਲਿਆ ਜਾਏ, ਪਰ ਕਮਲ ਦਾ ਫੁੱਲ ਕਦੇ ਵੀ ਵਾਈ ਸਵਾਰੀ ਕੋਈ ਮਿੱਟੀ ਦੇ ਵਿੱਚ ਉਹਦਾ ਜਨਮ ਨਹੀਂ ਹੁੰਦਾ। ਕਮਲ ਦੇ ਫੁੱਲ ਨੇ ਜਦੋਂ ਵੀ ਉੱਗਣਾ ਉਹਨੇ ਚਿੱਕੜ ਗਾਰੇ ਦੇ ਵਿੱਚ ਹੀ ਉੱਗਣਾ ਹੈ। ਜਿੱਥੇ ਗਾਰਾ ਚਿੱਕੜ ਉਹਨੂੰ ਨਾ ਮਿਲੇ ਕਮਲ ਦੇ ਫੁੱਲ ਦੀ ਪੈਦਾਇਸ਼ ਤੇ ਉਹਦਾ ਜਨਮ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਆਖਿਆ ਤੁਹਾਡਾ ਜੀਵਨ ਸੰਸਾਰ ਵਿੱਚ ਆ ਕੇ ਕਮਲ ਦੇ ਫੁੱਲ ਵਰਗਾ ਹੋਣਾ ਚਾਹੀਦਾ ਹੈ। ਜਿਵੇਂ ਉਹ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਜਿੰਨਾ ਮਰਜੀ ਮੀਂਹ ਖਨੇਰੀ ਝੱਖੜ ਤੂਫਾਨ ਆ ਜਾਏ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਆਪਣੀਆਂ ਪੱਤੀਆਂ ਨੂੰ ਉਸ ਗੰਦੇ ਗਿੱਲੇ ਚਿੱਕੜ ਗਾਰੇ ਦੇ ਵਿੱਚ ਭਿੱਜਣ ਨਹੀਂ ਦਿੰਦਾ। ਉਹ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ ਔਰ ਕਮਲ ਦੇ ਫੁੱਲ ਦੀ ਸਿੱਧੀ ਜਿਹੜੀ ਅਟੈਚਮੈਂਟ ਉਹ ਆਕਾਸ਼ ਦੇ ਵਿੱਚੋਂ ਆ ਰਹੀਆਂ ਸੂਰਜ ਦੀਆਂ ਰਿਜ਼ਮਾਂ ਦੇ ਨਾਲ ਹੁੰਦੀ ਹੈ, ਕਿਰਨਾਂ ਦੇ ਨਾਲ ਹੁੰਦੀ ਹੈ। ਜਿਵੇਂ ਜਿਵੇਂ ਕੀ ਕਿਰਨਾਂ ਸੂਰਜ ਦੀਆਂ ਜੋਬਨ ਤੇ ਆਉਂਦੀਆਂ ਨੇ ਤੇ ਕਮਲ ਦਾ ਫੁੱਲ ਜਿਹੜਾ ਖਿੜ ਉੱਠਦਾ ਹੈ ਉਹਦੇ ਵਿੱਚ ਖਿੜਾਓ ਆ ਜਾਂਦਾ ਹੈ। ਜਿਵੇਂ ਜਿਵੇਂ ਸ਼ਾਮਾਂ ਵੇਲੇ ਦਾ ਵਕਤ ਹੋਏ ਸੂਰਜ ਢਲਦਾ ਜਾਏ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਸਕੋਚ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਾਡਾ ਜੀਵਨ ਕਮਲ ਦੇ ਫੁੱਲ ਵਰਗਾ ਹੋਣਾ ਚਾਹੀਦਾ ਹੈ। ਦੂਜੀ ਉਦਾਹਰਨ ਗੁਰੂ ਨਾਨਕ ਸਾਹਿਬ ਨੇ ਮੁਰਗਾਬੀ ਪੰਛੀ ਦੀ ਦਿੱਤੀ। ਉਹਦੇ ਕੋਲ ਬੜੀ ਇਹ ਵਿਸ਼ੇਸ਼ਤਾ ਪ੍ਰਮਾਤਮਾ ਨੇ ਪਾਈ ਹੈ। ਕੋਈ ਵੀ ਪੰਛੀ ਪਾਣੀ ਦੇ ਵਿੱਚ ਤੈਰਦਾ ਹੋਇਆ ਉਹ ਸਿੱਧੀ ਉਡਾਰੀ ਜਿਹੜੀ ਨਹੀਂ ਲਗਾ ਸਕਦਾ। ਉਹਨੂੰ ਆਪਣੇ ਖੰਭ ਨੇ ਨਾ ਜਿਹੜੇ ਉਹ ਬਾਹਰ ਆ ਕੇ ਛੰਡਣੇ ਪੈਂਦੇ ਨੇ, ਆਪਣੇ ਖੰਭਾਂ ਨੂੰ ਡਰਾਈ ਕਰਨਾ ਪੈਂਦਾ, ਉਹਨਾਂ ਨੂੰ ਸੁਕਾਉਣਾ ਪੈਂਦਾ ਤੇ ਤਾਂ ਕਿਧਰੇ ਉਹ ਅਸਮਾਨ ਵਿੱਚ ਲੰਮੀ ਪ੍ਰਵਾਜ਼ ਉਲਾ ਸਕਦਾ, ਉਡਾਰੀ ਤਾਂ ਲਾ ਸਕਦਾ। ਜੇ ਉਹਦੇ ਖੰਭ ਗਿੱਲੇ ਹੋ ਜਾਣ ਤੇ ਉਡਾਰੀ ਨਹੀਂ ਲਾਈ ਜਾ ਸਕਦੀ। ਪਰ ਮੁਰਗਾਬੀ ਪੰਛੀ ਨੂੰ ਪ੍ਰਮਾਤਮਾ ਨੇ ਐਸੀ ਵਿਲੱਖਣਤਾ ਜਿਹੜੀ ਦਿੱਤੀ ਹੈ, ਉਹਦੇ ਖੰਭ ਤੁਸੀਂ ਕਹਿ ਲਓ ਵੀ ਵਾਟਰਪ੍ਰੂਫ ਹੁੰਦੇ ਨੇ। ਉਹ ਤੈਰਦੀ ਹੈ ਪਾਣੀ ਵਿੱਚ, ਟੁੱਬੀਆਂ ਲਾਉਂਦੀ ਹੈ ਪਾਣੀ ਵਿੱਚ, ਆਪਣੀ ਆਹਾਰ ਖੁਰਾਕ ਦਾ ਪ੍ਰਬੰਧ ਕਰਦੀ ਹੈ। ਉਹ ਜੀਵ ਜੰਤੂ ਪਾਣੀ ਦੇ ਵਿੱਚੋਂ ਭਾਲਦੀ ਹੈ ਔਰ ਉਹਨਾਂ ਦਾ ਆਹਾਰ ਕਰਦੀ ਹੈ। ਪਰ ਜਦੋਂ ਵੀ ਕਿਧਰੇ ਕੋਈ ਸ਼ਿਕਾਰੀ ਸਿਸਤ ਲਾ ਕੇ ਬੈਠਾ ਹੋਏ ਨਾ ਵੀ ਮੁਰਗਾਬੀ ਦਾ ਸ਼ਿਕਾਰ ਕਰਨਾ ਹੈ ਔਰ ਮੁਰਗਾਬੀ ਨੂੰ ਪਤਾ ਲੱਗ ਜਾਏ ਵੀ ਉਹ ਸ਼ਿਕਾਰੀ ਦੀ ਬੰਦੂਕ ਦੇ ਵਿੱਚੋਂ ਨਿਕਲੀ ਕੋਈ ਗੋਲੀ ਮੇਰੇ ਸਵਾਸਾਂ ਨੂੰ ਖਤਮ ਕਰ ਸਕਦੀ ਹੈ, ਮੇਰਾ ਅੰਤਲਾ ਸਮਾਂ ਲਿਆ ਸਕਦੀ ਹੈ, ਮੈਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ, ਪਾਣੀ ਦੇ ਵਿੱਚੋਂ ਤੈਰਦੀ ਤੈਰਦੀ ਉਡਾਰੀ ਮਾਰ ਕੇ ਬਾਹਰ ਚਲੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਨੁੱਖ ਦਾ ਜੀਵਨ ਮੁਰਗਾਬੀ ਪੰਛੀ ਦੇ ਵਾਂਗ ਹੋਣਾ ਚਾਹੀਦਾ ਹੈ, ਰਹਿਣਾ ਸੰਸਾਰ ਦੇ ਵਿੱਚ। ਪਰ ਮਹਾਰਾਜ ਜੀ ਕਹਿੰਦੇ ਸੁਰਤ ਨੂੰ ਇਹਨਾਂ ਜੰਜਾਲਾਂ ਵਿੱਚ, ਦੁੱਖ ਸੁੱਖ ਵਿੱਚ, ਖੁਸ਼ੀਆਂ ਤੇ ਗਮੀਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਲੇਪ ਨਹੀਂ ਹੋਣ ਦੇਣਾ, ਬਲਕਿ ਨਿਰਲੇਪ ਰੱਖਣਾ ਹੈ। ਇਸ ਲਈ ਆਪ ਜੀ ਬਚਨ ਜਿਹੜੇ ਅਰਦਾਸ ਦੇ ਵਿੱਚ ਰੋਜ਼ਾਨਾ ਕੀ ਪੜ੍ਹਦੇ ਹੋ ਨਾ, ਪੰਥਕ ਰੂਪ ਵਿੱਚ ਸਾਡੀ ਜਿਹੜੀ ਅਰਦਾਸ ਬੇਨਤੀ ਹੁੰਦੀ ਹੈ, ਮਹਾਰਾਜ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਸੋ ਇਸ ਕਰਕੇ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ, ਗੁਰੂ ਚਰਨਾਂ ਦੇ ਵਿੱਚ ਟਿਕ ਜਾਏ। ਇਸ ਲਈ ਹੱਥ ਕਾਰ ਵਿੱਚ ਤੇ ਚਿੱਤ ਜਿਹੜਾ ਉਹ ਨਿਰੰਕਾਰ ਦੇ ਵਿੱਚ ਜੁੜ ਜਾਏ, ਫਿਰ ਇੱਥੇ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਹੋ ਜਾਂਦੀ ਹੈ। ਕੁਝ ਵੀ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਇਹ ਨਵੇਕਲਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਫਿਰ ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਪੀਂਦਿਆਂ ਸੁੱਖ ਹੰਡਾਉਂਦਿਆਂ ਰੱਬ ਨਿਰੰਕਾਰ ਦੀ ਪ੍ਰਾਪਤੀ ਜਿਹੜੀ ਉਹ ਘਰ ਪਰਿਵਾਰ ਦੇ ਵਿੱਚ ਰਹਿ ਕੇ ਹੀ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ। ਇਸ ਲਈ ਗੁਰਬਾਣੀ ਸਾਡੇ ਜੀਵਨ ਦਾ
आधार अकीदा आसरा बन जाए। पातशाह जी दाना सिर दान नाम दा दान साडी झोली विच पा के निवाजन सुआओ अगलेरे समय वास्ते साडे बहुत ही सत्कारयोग गुरु घर दे हजूरी कीर्तनीए भाई साहब भाई इंद्रजीत सिंह जी तिन्हां दे रागी जथे पासों गुरबाणी दे मनोहर कीर्तन श्रवण करके आपां लाही प्राप्त करिए, जिन्हां दी रसना ते परमेश्वर परमात्मा ने बड़ी मिठास जिहड़ी बख्शिश कीती है। ऐसा कीर्तन है गुरमुख प्यारियां दा, कोई संगत विच मत्था टेकण आए ते गुरबाणी दा शब्द गायन कीता जा रहा होवे ते इन्नी कु खिच पैदा हो जाती है भी हुण इह कीर्तन शब्द जिहड़ा खत्म होवे समाप्त होवे ते फिर असीं उठ के जाइए, उतना चिर उठ के ना जाइए, भावना नाल कीर्तन श्रवण करते रहिए। सो ऐसी बख्शिश ऐसी कृपा गुरमुख प्यारियां दी रसना नूं अकाल पुरख परमात्मा ने बख्शिश की है। जो आप जी की सेवा इस पावन स्थान ते कर रहे हैं, गुरु कृपा करन होइयां भुलां दी खिमा बख्शिश करनी। बख्शो प्यार दा सबूत आखो जी वाहिगुरु जी का खालसा वाहिगुरु जी की फतेह। वाहे गुरु
कछ आहे ना मोरा अवसर लज्जा राख लेवो अवसर लज्जा राख लेवो सधना जन तोरा किछ रूप नहीं किछ जात नहीं किछ रूप नहीं किछ जात नहीं किछ ढंग ना मेरा क्या मुँह ले बोल है क्या मुँह ले बोले गुण विहू नाम जपया ना तेरा क्या मुँह ले बोले है गुण विहू नाम जपया ना तेरा हम पापी संग गुरु उबरे हम पापी संग गुरु उबरे पुन सतगुर केरा हम पापी संग गुर उबरे पुन सतगुर के करता तू सबना का सो करता सबना का सो करता तू सबना का सो करता तू सबना का सो जे सकता सकते को जे सकता सकते को मारे दामन रोस न होई करता तू सबना का सोई करता तू सबना का माना किया खुरासान खसमाना किया हिंदुस्तान डराया
ਤੂੰ ਸਭਨਾ ਕਾ ਸੋਈ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ 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 ਤਾਂ ਮਨ ਰੋਸ ਨ ਹੋਈ ਕਰਤਾ ਤੂੰ ਸਭਨਾ ਕਾ ਸੋਈ ਕਰਤਾ ਤੂੰ ਸਭਨਾ ਕਾ ਸੋਈ सकता से हमारे पैर के सकता से हमारे पैर के खसमे साप साई खसमे साप साई रत्न बिगाड़ बिगोए कुती रत्न बिगाड़ बिगोए कुती मोया सार न पाई मोया सार न पाई आपे जोड़ विछोड़े आपे देख तेरी वड्याई करता तूं सभना का सोई करता तूं सभना का सोई जे सकता सकते को मारे 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 तामन रोस न होई करता तूं सभना का सोई करता तूं सभना का सोई देखो नाम तराए वड्डा जे को
ਜੇ ਕੋ ਨਾ ਤਰਾਏ ਵੱਡਾ ਸਾਧ ਕਰੇ ਮਨ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਖਸਮੈ ਨਦਰੀ ਕੀੜਾ ਆਵੇ ਖਸਮੈ ਨਦਰੀ ਕੀੜਾ ਜੇਤੇ ਚੁਗੇ ਦਾਣੇ ਜੇਤੇ ਚੁਗੇ ਦਾਣੇ ਜੇ ਕੋ ਨਾਉ ਜੇ ਨਾਉ ਤਰਾਏ ਵੱਡਾ ਜੇ ਕੋ ਨਾਉ ਤਰਾਏ ਵੱਡਾ ਜੇ ਕੋ ਜੇ ਕੋ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੇ ਜੇਤੇ ਚੁਕੇ ਦਾਣੇ ਦੇਖੋ ਨਾਉ ਤਰਾਏ ਵੱਡਾ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੇ ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ ਜੇਤੇ ਚੁਗੇ ਦਾਣੇ ਮਰ ਮਰ ਜੀਵੇ ਤਾਂ ਛੁਪਾਏ ਨਾਨਕ ਨਾਮ ਵਖਾਣੇ ਕਰਤਾ ਤੂੰ ਸਭਨਾ ਕਾ ਸੋਈ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ 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 ਤਾਂ ਮਨ ਰੋਸ
सबना का सोई करता तू सबना का सोई करता तू सबना का तू सबना का तू सबना का करता तू सबना का सो ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਪਿਆਰ ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਸੰਤਾਂ ਨਲ ਵੈਰ ਦੁਸ਼ਟਾਂ ਨਲ ਮੋਹ ਪਿਆਰ ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਪਿਆਰ ਸੰਤਾਂ ਨਲ ਵੈਰ ਕਮਾਵਦੇ ਦੁਸ਼ਟਾਂ ਨਲ ਮੋਹ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਤ੍ਰਿਸ਼ਨਾ ਕਦੇ ਨਾ ਬੁਝਈ ਡੁੱਬਦਾ ਹੋਏ ਇੱਕ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਡੁੱਬਦਾ ਹੋਏ ਇੱਕ ਵਾਰ
ਦੁਸ਼ਟਾਂ ਨਾਲ ਮੋਹ ਪਿਆ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ। ਮੂੰਹ ਕਾਲੇ ਤਿਨਾ ਨਿੰਦਕਾਂ, ਇੱਕ ਸੱਚੇ ਦਰਬਾਰ, ਮੂੰਹ ਕਾਲੇ ਤਿਨਾ ਨਿੰਦਕਾਂ, ਇੱਕ ਸੱਚੇ ਦਰਬਾਰ, ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ, ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆ, ਦੁਸ਼ਟਾਂ ਨਾਲ ਮੋਹ ਪਿਆ, ਦੁਸ਼ਟਾਂ ਨਾਲ ਮੋਹ ਪਿਆ। दरिया वे कन्ने बगुला बैठा के करे फरीदा। दरिया वे कन्ने बगुला बैठा के करे फरीदा। दरिया वे कन्ने बगुला
ਬਾਜ ਪਏ ਇਸ ਰੱਬ ਦੇ ਬਾਜ ਪਏ ਇਸ ਰੱਬ ਦੇ ਕੇ ਲਾਵੇ ਸਰੀਆ ਕੇ ਲਾਵੇ ਸਰੀਆ ਜੋ ਮਨ ਚੇਤਨਾ ਕਿਤੇ ਸਨ ਜੋ ਮਨ ਚੇਤਨਾ ਕਿਤੇ ਸਨ ਸੋ ਗਾਲੀ ਰੱਬ ਕੀਆ ਸੋ ਗਾਲੀ ਰੱਬ ਕੀਆ ਦਰਿਆਵੇ ਕੰਨੇ ਬਗਲਾ ਬੈਠਾ ਕੇ ਕਰੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇ ਕਰੇ ਮਛਲੀ ਜਾਲ ਨਾ ਜਾਣੀਆ ਮਛਲੀ ਜਾਲ ਨਾ ਜਾਣੀਆ ਮਛਲੀ ਜਾਲ ਨਾ ਜਾਣੀਆ ਸਰਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂਕਿ ਤੂੰ ਵੇਸਾਹ ਕੀਤੇ ਕਾਰਨ ਪਾਕੜੀ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਹਾ ਭਾਈ ਰੇ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਜੋ ਮੱਛੀ ਤਿਉ ਮਾਨਸਾ ਪਵੈ ਅਚੰਤਾ ਜਾ ਪਵੈ ਅਚੰਤਾ ਜਾ ਪਵੈ ਅਚੰਤਾ ਜਾ ਦਰਿਆਵੇ ਕੰਨੇ ਬਗਲਾ ਬੈਠਾ ਕੇ ਕਰੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇ ਕਰੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇ ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ ਜਾਗਰਤ ਪਰਿਵਾਰ ਪ੍ਰਿਆ ਸ਼ਬਦ ਗਾਵਣੀਆਂ ਸ਼ਬਦੋ ਕਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਕਰਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਬਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ
ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਮ ਕੋ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖਮਤ ਕਰਨ ਹਦਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਵਾਤਮ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਭਏ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਦੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਚਰਨ ਲਾਗੇ ਵਾਜੇ ਤੁਰੇ ਬਿਨਵੰਤ ਨਾਨਕ ਚਰਨ ਲਾਗੇ ਵਾਜੇ ਤੁਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सगल समगरी तुम्हारे सूतर तारी तुम ते कोई सो तुम्हारी गत मित तुम ही जानी नानक दास बोलना जी सतनाम वाहिगुरु 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 अरदास एक ओंकार वाहिगुरु जी की फतेह। श्री भगवती जी सहाय वार श्री भगवती जी की पातशाही 10वीं प्रथम भगवती सिमर के गुरु नानक लई ते आए फिर अंगद गुर ते अमरदास रामदास हुई सहाय अर्जुन हर गोबिंद नौ सिमरौ श्री हर राय श्री हर कृष्ण ते आइए जिस डिठे सब दुख जाए तेग बहादुर सिमरे करनौ निधावे ताए सब थाई होए सहाय 10वें पातशाह श्री गुरु गोबिंद सिंह साहिब जी सब थाई होए सहाय 10 पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी। पंजां प्यारियां चौहां साहिबजादियां 40 मुक्तियां हठियां जपियां तपियां जिन्ना नाम जपिया वंड छकिया देख चलाई ते गवाही देख के अनडिठ कीता तिन्ना प्यारियां सचियारियां दी कमाई दा ध्यान तरके खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत शीस दिते बंद बंद कटाई खोपरियां लुकाइयां चरखियां ते चढ़े आरियां नाल चिराए गए गुरुद्वारियां दी सेवा लई कुर्बानियां कीतियां धर्म नहीं खारिया सिक्खी कीसा सुवासां नाल निभाही तिन्हां दी कमाई दा ध्यान तरके खालसा जी बोलो जी। पंजां तख्तां सरबत गुरुद्वारियां दा ध्यान तरके बोलो जी। प्रथमे सरबत खालसा जी की अरदास है जी सरबत खालसा जी को
ਵਾਹਿਗੁਰੂ 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 ਚੇਤਾਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ। ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਖੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਦਾਤਾਰ ਪਿਤਾ ਜੀਓ। ਆਪ ਜੀ ਦੀ ਅਪਾਰ ਬਖਸ਼ਿਸ਼ ਮੇਰਾਮਤ ਸਦਕਾ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਵਿਸ਼ੇਸ਼ ਹਫ਼ਤਾਵਾਰੀ ਗੁਰਮਤ ਦੀਵਾਨ ਸਜਾਏ ਗਏ। ਪਾਤਸ਼ਾਹ ਜੀ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਵਿਚਾਰ ਕਥਾ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹਨ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਪਾਵਨ ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਕਿਰਪਾ ਕਰਨੀ। ਆਗਾਹਾਂ ਤੋਂ ਸ਼ੁੱਧ ਸਪਸ਼ਟ ਬਾਣੀ ਪੜਨ ਸੁਣਨ ਸੇਵਾਵਾਂ ਨਿਭਾਉਣ ਦੀ ਸਮਤ ਬੁੱਧ ਪ੍ਰਦਾਨ ਕਰਨੀ। ਦਾਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਚੜ੍ਹਦੀਆਂ ਕਲਾ ਵਾਲੇ ਜੀਵਨ। ਦੇਹ ਰੋਗਤਾ ਤੰਦਰੁਸਤੀਆਂ ਸਿਹਤਯਾਬੀਆਂ ਦੀ ਦਾਤ ਖਰਮੇ ਦਾਨ ਦੀਵਾਨ ਫਤਿਹ ਬਖਸ਼ਿਸ਼ ਕਰਨੀ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਵਿਦਿਆ ਦਾ ਦਾਨ ਸਫਲਤਾ ਗੁਰਸਿੱਖੀ ਜੀਵਨ। ਲਮੇਰੀ ਆਯੂ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ। ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਮੂਹ ਸਾਧ ਸੰਗਤ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੇ ਗੁਰੂ ਕਾ ਲੰਗਰ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਸਮੂਹ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ। ਸੋ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਮੂਹ ਸਾਧ ਸੰਗਤ ਵੱਲੋਂ ਤਨ ਮਨ ਤਨ ਕਰਕੇ ਕੀਤੀਆਂ ਹੋਈਆਂ ਸੇਵਾਵਾਂ ਆਪ ਜੀ ਨੇ ਦਰ ਥਾਈਂ ਪਾਵਣੀਆਂ। ਦੁੱਖਾਂ ਦਲਿਦਰਾਂ ਪਾਪਾਂ ਵਿਘਨਾਂ ਦੇ ਨਾਸ਼ ਕਰਨੇ ਆਉਣ ਵਾਲਾ ਸਮਾਂ ਸੁਖ ਸ਼ਾਂਤੀ ਖੁਸ਼ੀਆਂ ਖੇੜਿਆਂ ਭਰਿਆ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਪਾਤਸ਼ਾਹ ਜੀ ਉਹ ਦਰ ਕਰਦੇ ਪ੍ਰੀਤਵਾਨ ਸਰਦਾਰ ਬਿਕਰਮ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਪਾਤਸ਼ਾਹ ਜੀ ਪਰਿਵਾਰ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ। ਨਾਮ ਬਾਣੀ ਦੀ ਟੇਕ ਕੋਟ ਆਸਰਾ ਬਖਸ਼ ਕੇ ਨਿਹਾਲ ਕਰਨਾ। ਪਾਤਸ਼ਾਹ ਜੀ ਬੇਅੰਤ ਮਾਇਆ ਅਰਦਾਸ ਪੇਟ ਹਾਜ਼ਰ ਹੋਈ ਹੈ। ਕਿਰਤ ਕਮਾਈਆਂ ਵਿੱਚ ਬਰਕਤਾਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ। ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ। ਦੇਸ਼ ਵਿਦੇਸ਼ ਅੰਗ ਸੰਗ ਸਹਾਈ ਹੋਣਾ। ਦਰੋਂ ਘਰੋਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤ ਗੁਰਬਾਣੀ ਵਿੱਚੋਂ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਜੀ। ਹੁਕਮ ਅਨੁਸਾਰ ਚੱਲਣ ਦੀ ਜੀਵਨ ਜਾਚ ਸੁਮਤ ਬੁੱਧ ਪ੍ਰਦਾਨ ਕਰਨੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ